ਦੋਸਤੋ ਅਮਰੀਕਾ ਨੇ 75 ਮੁਲਕਾਂ ਦੇ ਉੱਤੇ ਜਿਹੜਾ ਪੌਜ਼ ਲਾਇਆ ਹੈ। ਅੱਜ ਮੈਂ ਤੁਹਾਨੂੰ ਉਸ ਪੌਜ਼ ਦੇ ਮੁਤਲਕ ਲੇਟੈਸਟ ਅਪਡੇਟ ਔਰ ਬੜੀ ਇੰਪੋਰਟੈਂਟ ਅਪਡੇਟ ਦੇਣੀ ਹੈ। ਅੱਜ 18 ਅਪ੍ਰੈਲ 2026 ਹੈ, ਹਫਤੇ ਦਾ ਦਿਨ ਹੈ। ਚੈਨਲ ਨੂੰ ਪਲੀਜ਼ ਫਾਲੋ ਕਰ ਲਓ, ਵੀਡੀਓ ਨੂੰ ਆਖਰ ਤੱਕ ਦੇਖ ਕੇ ਕੋਈ ਲਾਈਕ ਸ਼ੇਅਰ ਕਮੈਂਟ ਛੱਡ ਦਿਆ ਕਰੋ। ਆਨੇ ਆਪਣੇ ਮੌਜੂ ਵੱਲ। ਜਦੋਂ ਗਵਰਨਮੈਂਟ ਨੇ 75 ਮੁਲਕਾਂ ਤੇ ਪਾਸ ਲਾਇਆ, ਉਸ ਤੋਂ ਫੌਰੀ ਬਾਅਦ ਇਸ ਪਾਸ ਦੇ ਖਿਲਾਫ ਇੱਕ ਕੇਸ ਹੋ ਗਿਆ ਸੀ। ਅਗਰ ਤੁਹਾਨੂੰ ਯਾਦ ਹੋਏ 2-3 ਮਹੀਨੇ ਪਹਿਲੇ ਮੈਂ ਤੁਹਾਨੂੰ ਉਹਦੇ ਮੁਤਲਕ ਦੱਸ ਚੁੱਕਿਆ। ਅੱਜ ਮੈਂ ਤੁਹਾਨੂੰ ਸਾਰੀਆਂ ਉਹਦੇ ਮੁਤਲਕ ਲੇਟੈਸਟ ਖਬਰਾਂ ਦੇਣੀਆਂ ਨੇ ਕਿ ਕੀ ਹੋ ਰਿਹਾ। ਪਹਿਲੀ ਖਬਰ ਹੈ ਕਿ ਉਹ ਕੇਸ ਅਦਾਲਤ 'ਚ ਗਿਆ ਔਰ ਉਹਦੇ ਉੱਤੇ ਇੱਕ ਜੱਜ ਸਾਹਿਬਾਨ ਨੂੰ ਕੇਸ ਅਸਾਈਨ ਕਰ ਦਿੱਤਾ ਗਿਆ, ਜਿਨ੍ਹਾਂ ਦਾ ਨਾਮ ਜੈਨਟ ਹੈ। ਨਿਊਯਾਰਕ ਦੇ ਵਿੱਚ ਇਹ ਕੇਸ ਚੱਲ ਰਿਹਾ। ਇਹ ਤੇ ਪਹਿਲੀ ਖਬਰ ਹੋ ਗਈ। ਦੂਸਰੀ ਖਬਰ ਹੈ ਕਿ 10 ਮਾਰਚ ਨੂੰ ਜਿਨ੍ਹਾਂ ਨੇ ਕੇਸ ਕੀਤਾ ਉਹਨਾਂ ਨੇ ਕਿਹਾ ਜੀ ਪਲੀਜ਼ ਇਸ ਕੇਸ ਦੇ ਉੱਤੇ ਸਮਰੀ ਜੱਜਮੈਂਟ ਦੇ ਦਿਓ। ਸਮਰੀ ਜੱਜਮੈਂਟ ਕੀ ਹੁੰਦੀ ਹੈ ਕਿ ਬਈ ਟ੍ਰਾਇਲ ਨਾ ਹੋਵੇ, ਕਾਨੂੰਨ ਦੇ ਮੁਤਾਬਕ ਇਹਦੇ ਤੇ ਫੈਸਲਾ ਕਰ ਦਿਓ। ਜੋ ਵੀ ਕਾਨੂੰਨ ਹੈ, ਜੋ ਪੜ੍ਹਤ ਲਿਖਤ ਕਰਕੇ ਇਹਦੇ ਤੇ ਫੈਸਲਾ ਕਰ ਦਿਓ, ਟ੍ਰਾਇਲ 'ਚ ਨਾ ਜਾਓ, ਯਾਨੀ ਕਿ ਲਮਕਾਓ ਨਾ। ਅਦਾਲਤ ਨੇ ਗੌਰਮੈਂਟ ਨੂੰ ਕਿਹਾ ਕਿ ਤੁਸੀਂ 10 ਅਪ੍ਰੈਲ ਤੱਕ ਐਡਮਿਨਿਸਟ੍ਰੇਟਿਵ ਰਿਕਾਰਡ ਜਮ੍ਹਾਂ ਕਰਵਾ ਦਿਓ। ਐਡਮਿਨਿਸਟ੍ਰੇਟਿਵ ਰਿਕਾਰਡ ਕੀ ਹੈ ਕਿ ਜਿਸ ਕਾਨੂੰਨ ਦੇ ਤਹਿਤ ਤੁਸੀਂ ਇਹ ਫੈਸਲਾ ਕੀਤਾ ਜਾਂ ਜਿਹੜਾ ਤੁਸੀਂ ਇਹਦੇ ਉੱਤੇ ਵਜ੍ਹਾ ਲਿਖੀ ਜਾਂ ਜੋ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਉਹਦੇ ਮੁਤਾਬਕ ਜੋ ਤੁਸੀਂ ਇਹ ਕਾਨੂੰਨ ਬਣਾਤਾ ਹੈ, ਇਹ ਸਾਰੀ ਡਿਟੇਲ ਜੋ ਕਿ ਸਰਕਾਰੀ ਕਾਗਜ਼ਾਂ ਦੀ ਸੂਰਤ 'ਚ ਹੁੰਦੀ ਹੈ। ਜ਼ਾਹਿਰ ਜਦੋਂ ਕੋਈ ਕਾਨੂੰਨ ਗਵਰਨਮੈਂਟ ਬਣਾਉਂਦੀ ਹੈ ਤੇ ਉਹਦੀ ਪੂਰੀ ਡਾਕੂਮੈਂਟੇਸ਼ਨ ਹੁੰਦੀ ਹੈ। ਉਹ ਸਾਰੇ ਡਾਕੂਮੈਂਟਸ ਅਦਾਲਤ 'ਚ ਜਮ੍ਹਾਂ ਕਰਾਓ। ਗਵਰਨਮੈਂਟ ਨੇ 10 ਅਪ੍ਰੈਲ ਨੂੰ ਉਹ ਡਾਕੂਮੈਂਟ ਜਮ੍ਹਾਂ ਕਰਵਾ ਦਿੱਤੇ। ਉਹ ਡਾਕੂਮੈਂਟ ਪਬਲਿਕ ਹੋ ਗਏ, ਯਾਨੀ ਪਬਲਿਕ ਪੜ੍ਹ ਸਕਦੀ ਹੈ ਔਰ ਤੁਹਾਡੇ ਭਰਾ ਬੋਬੀ ਨੇ ਉਹ ਪੜ੍ਹ ਲਏ ਨੇ। ਉਹਦੇ ਵਿੱਚ ਮੋਟੀ ਜੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਜਨਾਬ ਤਾਂ ਇਹਨਾਂ ਦੇ ਪਾਜ਼ ਲਾਇਆ, ਜਿਹੜੀ ਕਾਮਨ ਰੀਜ਼ਨ ਉਹਨਾਂ ਨੇ ਦੱਸੀ ਹੈ ਕਿ ਪਬਲਿਕ ਚਾਰਜ ਨਾ ਲੈਣ, ਜਾ ਕੇ ਵੈਲਫੇਅਰ ਨਾ ਲੈਣ। ਇਹ ਜਿਹੜੇ ਮੁਲਕ ਨੇ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ। ਅਸੀਂ ਆਪਣੇ ਵੀਜ਼ਾ ਅਫਸਰ ਨੂੰ ਕਹਿਤਾ ਕਿ ਅਗਰ ਤੈਨੂੰ ਪਬਲਿਕ ਚਾਰਜ ਤੋਂ ਇਲਾਵਾ ਹੋਰ ਕੋਈ ਸ਼ੱਕ ਨਹੀਂ ਹੈਗਾ ਤੇ ਫਿਰ ਇਹਨਾਂ ਨੂੰ 221G ਦੇ ਦੇ, ਇਹ ਵੀਜ਼ਾ ਨਹੀਂ ਦੇਣਾ ਜਿੰਨੇ ਤੱਕ ਅਸੀਂ ਆਪਣੀ ਵੈਟਿੰਗ ਮੁਕੰਮਲ ਨਾ ਕਰ ਲਈਏ। ਔਰ ਨਾਲ ਉਹਨਾਂ ਨੇ ਅਦਾਲਤ ਨੂੰ ਗਵਰਨਮੈਂਟ ਨੇ ਰਿਕੁਐਸਟ ਕੀਤੀ ਕਿ ਪਲੀਜ਼ ਤੁਸੀਂ ਇਹਦੇ ਵਿੱਚ ਇੰਟਰਫੇਅਰ ਨਾ ਕਰੋ, ਕੋਈ ਰਿਵਿਊਇੰਗ ਦਾ ਜਾਂ ਕਿਸੇ ਚੀਜ਼ ਦਾ ਕੋਈ ਆਰਡਰ ਨਾ ਦਿਓ, ਇਹਨੂੰ ਇੰਝ ਹੀ ਚੱਲਣ ਲੈਣ ਦਿਓ। ਇਹ ਗਵਰਨਮੈਂਟ ਨੇ ਆਪਣਾ ਜਵਾਬ 10 ਅਪ੍ਰੈਲ ਨੂੰ ਦੇ ਦਿੱਤਾ। 10 ਅਪ੍ਰੈਲ ਵਾਲੇ ਦਿਨ ਹੀ ਮੁਖਾਲਫ ਪਾਰਟੀ ਨੇ ਆਪਣਾ ਜਵਾਬ ਦੇ ਦਿੱਤਾ ਇਹ ਪੜ੍ਹ ਕੇ, ਕਿਉਂਕਿ ਇਹ ਜਿਹੜਾ ਜਵਾਬ ਸੀ ਇਹ ਮੁਖਾਲਫ ਪਾਰਟੀ ਨੇ ਵੀ ਪੜ੍ਹਨਾ ਸੀ ਨਾ, ਉਹਨਾਂ ਨੇ ਫਿਰ ਅੱਗੋਂ ਇੱਥੇ ਜਵਾਬ ਜਮ੍ਹਾਂ ਕਰਾਉਣਾ ਸੀ। ਉਹਨਾਂ ਨੇ ਜਵਾਬ ਦਿੱਤਾ ਕਿ ਜਦੋਂ ਤੁਸੀਂ ਕੋਈ ਕਾਨੂੰਨ ਅਮਰੀਕਾ 'ਚ ਬਣਾਉਂਦੇ ਹੋ, ਉਹਦੇ 'ਚ ਤੁਸੀਂ ਪਹਿਲਾਂ ਉਹਨੂੰ ਪਬਲਿਸ਼ ਕਰਦੇ ਹੋ, ਆਵਾਮ ਦੀ ਰਾਏ ਲੈਂਦੇ ਹੋ, ਉਸ ਤੋਂ ਬਾਅਦ ਫਿਰ ਇਹਨੂੰ ਫਾਈਨਲ ਕਰ ਦਿਓ। ਤੁਸੀਂ ਤਾਂ ਕੀਤਾ ਹੀ ਨਹੀਂ, ਤੁਸੀਂ ਤਾਂ ਡਾਇਰੈਕਟ ਕਾਨੂੰਨ ਬਣਾਤਾ। ਦੂਸਰੀ ਗੱਲ ਹੈ ਕਿ ਤੁਸੀਂ ਜਿਹੜਾ ਕੇਸ ਟੂ ਕੇਸ ਚੱਲੋ, ਨਾ ਕਿ ਸਾਰਿਆਂ ਦੇ ਉੱਤੇ ਇੱਕ ਬਲੈਂਕਟ ਪਾਜ਼ ਲਾ ਦਿਓ। ਕੇਸ ਟੂ ਕੇਸ ਫੈਸਲਾ ਕਰੋ। ਜਿਹੜਾ ਤੁਹਾਨੂੰ ਨਜ਼ਰ ਆਉਂਦਾ ਕਿ ਯਾਰ ਇਹ ਪਬਲਿਕ ਚਾਰਜ ਲੈ ਸਕਦਾ ਉਹਨੂੰ ਰੋਕ ਦਿਓ, ਜਿਹੜਾ ਕਲੀਅਰ ਉਹਨੂੰ ਆਉਣ ਦਿਓ, ਉਹਨੂੰ ਵੀਜ਼ਾ ਦੇ ਦਿਓ, ਗੱਲ ਖਤਮ ਕਰੋ। ਫੈਮਲੀਆਂ ਸਕੈਟਰਡ ਹੋਈਆਂ ਨੇ। ਡਿਸਕ੍ਰਿਮੀਨੇਸ਼ਨ ਦਾ ਵੀ ਉਹਨਾਂ ਨੇ ਨਾਲ ਲਫ਼ਜ਼ ਇਸਤੇਮਾਲ ਕੀਤਾ ਹੋ ਰਹੀ ਹੈ ਕਿ ਵੀ 75 ਮੁਲਕ ਵਿੱਚੋਂ ਤੁਸੀਂ ਕੱਢੇ ਨੇ। ਇਹ ਸਾਰੀਆਂ ਗੱਲਾਂ ਦਾ ਜਵਾਬ ਬਣਾ ਕੇ ਮੁਖਾਲਫ ਪਾਰਟੀ ਨੇ ਦੇ ਦਿੱਤਾ ਕਿ ਵੀ ਇਹ ਜੋ ਗਵਰਨਮੈਂਟ ਹੈ ਉਹਦਾ ਜਵਾਬ ਇਹ ਵੇ। ਉਹ ਜਵਾਬ ਉੱਥੇ ਜਮ੍ਹਾਂ ਹੋ ਗਿਆ। ਹੁਣ ਜਦੋਂ ਗਵਰਨਮੈਂਟ ਨੇ ਉਹ ਜਵਾਬ ਪੜ੍ਹਿਆ ਤੇ ਉਹਨਾਂ ਨੇ ਜਨਾਬ 14 ਤਾਰੀਖ ਨੂੰ 14 ਅਪ੍ਰੈਲ ਨੂੰ ਇੱਕ ਹੋਰ ਲੈਟਰ ਲਿਖਿਆ ਅਦਾਲਤ ਨੂੰ ਕਿ ਜਨਾਬ ਤੁਸੀਂ ਤੇ ਸਾਨੂੰ ਕਿਹਾ ਸੀ ਕਿ ਇੰਨੇ ਵਰਡ ਦਾ ਤੁਸੀਂ ਜਵਾਬ ਲਿਖੋ। ਅਸੀਂ ਉਹਨੇ ਵਰਡ ਯੂਜ਼ ਕਰਕੇ, ਉਹਨੇ ਲਫ਼ਜ਼ ਯੂਜ਼ ਕਰਕੇ ਰਿਸਟ੍ਰਿਕਟ ਕਰਦੀ ਨਾ ਅਦਾਲਤ। ਤੁਸੀਂ ਆਪਣੀ ਐਪਾਂ 'ਚ ਵੀ ਦੇ ਦਿਓਗੇ ਰਿਸਟ੍ਰਿਕਟ ਕਰਦੀ, 500 ਲਫ਼ਜ਼ ਤੋਂ ਜ਼ਿਆਦਾ ਵਧੀ ਜਾਂ 1000 ਤੋਂ ਨਾ ਜ਼ਿਆਦਾ ਵਧੀ। ਉਹਨਾਂ ਨੂੰ ਕਿਹਾ ਕਿ ਤੁਸੀਂ ਇੰਨੇ ਲਫ਼ਜ਼ ਦਾ ਜਵਾਬ ਦੇ ਦਿਓ। ਉਹ ਗਵਰਨਮੈਂਟ ਨੇ ਦੇ ਦਿੱਤਾ ਸੀ। ਲੇਕਿਨ ਜਦੋਂ ਮੁਖਾਲਫ ਜਵਾਬ ਆਇਆ ਉਹ ਉਸ ਤੋਂ ਡਬਲ ਲਫ਼ਜ਼ਾਂ ਦਾ ਆਇਆ। ਤੇ ਹੁਣ ਸਾਨੂੰ ਵੀ ਮੌਕਾ ਦਿੱਤਾ ਜਾਏ ਕਿ ਅਸੀਂ ਵੀ ਜ਼ਰਾ ਹੁਣ ਡਿਟੇਲ ਦੇ ਨਾਲ ਜਵਾਬ ਦਈਏ। ਇਹਦੇ ਉੱਤੇ ਅਦਾਲਤ ਨੇ ਉਹਨਾਂ ਨੂੰ ਇਹ ਹੱਕ ਦੇ ਦਿੱਤਾ 14 ਅਪ੍ਰੈਲ ਵਾਲੇ ਦਿਨ ਕਿ ਠੀਕ ਹੈ ਤੁਸੀਂ ਵੀ ਡਿਟੇਲ ਜਵਾਬ ਦੇ ਦਿਓ। ਔਰ ਮੁਖਾਲਫ ਪਾਰਟੀ ਨੇ ਵੀ ਕਿਹਾ ਠੀਕ ਹੈ ਤੁਸੀਂ ਡਿਟੇਲ ਜਵਾਬ ਦੇ ਦਿਓ। ਹੁਣ ਇਸ ਟਾਈਮ ਗਵਰਨਮੈਂਟ ਉਹ ਡਿਟੇਲ ਜਵਾਬ ਬਣਾ ਰਹੀ ਹੈ। ਉਹ ਡਿਟੇਲ ਜਵਾਬ ਜਮ੍ਹਾਂ ਹੋਏਗਾ ਅਦਾਲਤ ਦੇ ਵਿੱਚ। ਰਿਕੁਐਸਟ ਇਹੋ ਹੀ ਕੀਤੀ ਜਾ ਰਹੀ ਹੈ ਕਿ ਤੁਸੀਂ ਇਹਦੇ ਤੇ ਜੱਜਮੈਂਟ ਦੇ ਦਿਓ, ਇਹਨੂੰ ਅੱਗੇ ਨਾ ਟ੍ਰਾਇਲ 'ਚ ਨਾ ਲੈ ਕੇ ਜਾਓ। ਦੇਖੋ ਹੁਣ ਅਦਾਲਤ ਕੀ ਫੈਸਲਾ ਕਰਦੀ ਹੈ। 14 ਅਪ੍ਰੈਲ ਤੋਂ ਬਾਅਦ ਅਜੇ ਤੱਕ ਫਿਲਹਾਲ ਕੋਈ ਲੇਟੈਸਟ ਅਪਡੇਟ ਇਹਦੇ ਤੇ ਨਹੀਂ ਆਈ। ਦੇਖਣ ਵਾਲੀ ਗੱਲ ਹੈ। ਅੱਜ ਇਹ 18 ਹੈ, ਉਮੀਦ ਹੈ ਕਿ ਅਗਲੇ ਹਫਤੇ ਦੇ ਵਿੱਚ ਕੋਈ ਨਾ ਕੋਈ ਚੀਜ਼ ਮਜ਼ੀਦ ਸਾਹਮਣੇ ਆਏਗੀ। ਮੈਂ ਨਾਲ ਨਾਲ ਤੁਹਾਨੂੰ ਦੱਸਦਾ ਰਹਾਂਗਾ। ਚੈਨਲ ਨੂੰ ਪਲੀਜ਼ ਫਾਲੋ ਕਰ ਲਓ। ਥੈਂਕ ਯੂ ਸੋ ਮਚ।